ਵੱਡਾ ਲਿਖਾਰੀ ਹਾਂ, ਦੁਨੀਆ ਦਾ ਸਭ ਤੋਂ ਵੱਡਾ ਮੈਂ ਮਿਊਜ਼ਿਕ ਡਾਇਰੈਕਟਰ ਹਾਂ, ਦੁਨੀਆ ਦਾ ਸਭ ਤੋਂ ਵੱਡਾ ਮੈਂ ਵੀਡੀਓ ਡਾਇਰੈਕਟਰ ਹਾਂ। ਕਹਾਣੀ ਵੀ ਵਨ ਲਾਈਨ ਵੀ ਮੈਂ ਲਿਖੀ ਹੈ, ਗਾਣਾ ਵੀ ਮੈਂ ਲਿਖਿਆ, ਮਿਊਜ਼ਿਕ ਵੀ ਮੈਂ ਅਰੇਂਜ ਕੀਤਾ, ਸੁਣਿਆ ਵੀ ਮੈਂ ਗਾਇਆ ਵੀ ਮੈਂ ਤੇ ਸੁਣਿਆ ਵੀ ਮੈਂ ਇਕੱਲੇ ਨੇ। ਫਿਰ ਇਸੇ ਨਹੀਂ ਹੁੰਦਾ ਹੈ ਨਾ। ਇਹ ਸਾਰੇ ਸਵਾਲਾਂ ਦੇ ਜਵਾਬ ਵਿੱਚ ਇੱਕੋ ਹੀ ਜਵਾਬ ਬਣਦਾ ਕਿ ਫਿਰ ਸੁਣਨਾ ਹੀ ਤੂੰ ਹੋਵੇ। ਅੱਛਾ, ਬੇਸ਼ੁਮਾਰ ਆਰਟਿਸਟ ਨੇ ਜਿਹੜੇ ਜਿਨ੍ਹਾਂ ਲੋਕਾਂ ਦੇ ਇੱਕ ਤੁਹਾਡਾ ਜਦੋਂ ਤੁਸੀਂ ਆਪਣੇ ਕੈਰੀਅਰ ਦਾ ਆਗਾਜ਼ ਕੀਤਾ, ਇੱਕ ਬੈਚ ਹੁੰਦਾ ਹੈ, ਉਸ ਵਕਤ ਤੁਹਾਡੇ ਨਾਲ ਕਿਹੜਾ ਨਾਂ ਐਸਾ ਸੀ ਜਿਹਦੇ ਨਾਲ ਤੁਹਾਡਾ ਤਾਲੁਕ ਵੀ ਸੀ ਔਰ ਦੋਸਤੀ ਵਿੱਚ ਸਿੰਗਰ ਰਹੇ? ਵੀ ਮੈਂ ਜਿਸ ਵੇਲੇ ਆਇਆ ਤਾਂ ਉਸ ਵੇਲੇ ਬਹੁਤ ਕੰਪੀਟੀਸ਼ਨ ਵੀ ਸੀ, ਸਾਡਾ ਆਪਸ ਵਿੱਚ ਤਾਲੁਕ ਵੀ ਪਿਆਰ ਵੀ, ਲੇਕਿਨ ਇਹ ਆਪਣੇ ਆਪਣੀ ਜਗ੍ਹਾ ਤੇ ਹਰ ਬੰਦਾ ਸ਼ੇਰ ਸੀ, ਪੁरुष ਦੀ ਖਲੋਤਾ ਸੀ। ਵਾਹ ਵਾਹ। ਜਦੋਂ ਮੈਂ ਐਂਟਰ ਹੋਇਆ ਉਸ ਵੇਲੇ ਮਹਿਦੀ ਹਸਨ ਖਾਨ ਸਾਹਿਬ, ਅੱਲਾਹ ਉਹਨਾਂ ਨੂੰ ਸਲਾਮਤ ਰੱਖੇ, ਅੱਲਾਹ ਉਹਨਾਂ ਨੂੰ ਸਿਹਤ ਦੇ, ਗੁਲਾਮ ਅਲੀ ਖਾਨ ਸਾਹਿਬ ਔਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਸ਼ੌਕਤ ਅਲੀ ਕਾਬਿਲ ਇhtਰਾਮ ਸ਼ੌਕਤ ਅਲੀ ਭਾਈ, ਮੇਰੇ ਤੋਂ ਸੀਨੀਅਰ ਨੇ, ਮੇਰੇ ਵੱਡੇ ਭਰਾ ਨੇ, ਅੱਲਾਹ ਉਹਨਾਂ ਨੂੰ ਸਲਾਮਤ ਰੱਖੇ। ਉਸ ਤੋਂ ਬਾਅਦ ਨਿਹਤ ਹੁਸੈਨ ਭੱਟੀ ਸਾਹਿਬ ਔਰ ਅਜ਼ੀਜ਼ ਮੀਆਂ ਕਵਾਲ ਸਾਹਿਬ, ਮੁन्नी बेगम और साबिर कमाल सन कराची दे। लेकिन तुसी ना सारे तो एज विच भी छोटे सो ना। मैं एज विच भी छोटा सी ते मैं इन सारे नाल मुख्तलिफ अताई रस्ता अपनाए ते फिर थोड़ा जिहा मैनूं पजीराई मिली। अच्छा, ਜਦੋਂ ਤੁਸੀਂ ਆਏ ਹੋਵੋਗੇ ਤਾਂ ਉਦੋਂ मैंने ਤੁਹਾਨੂੰ ਲਾਈਟ ਜਿਹਾ ਲਿੱਤਾ ਹੋਣਾ ਹੈ ਨਾ? ਨਹੀਂ, ਮੈਨੂੰ ਖੈਰ ਗਾਣਾ ਵਾਲੇ ਤੇ ਅੱਜ ਵੀ ਲਾਈਟ ਹੀ ਲੈਂਦੇ ਨੇ ਕਿ ਮੈਨੂੰ ਗਾਣਾ ਆਉਂਦਾ ਹੀ ਨਹੀਂ। ਹਾਂ ਹਾਂ, ਅੱਛਾ। ਹਾਂ, ਮੈਨੂੰ ਤਾਂ ਗਾਣਾ ਨਹੀਂ ਆਉਂਦਾ, ਲੇਕਿਨ ਇਹ ਹੈ ਕਿ ਉਹ ਕਰਮ ਕੈਸੇ ਰੱਬ ਦੇ ਨੇ, ਜਿਹਦੇ ਤੇ ਹੋ ਜਾਵੇ ਤੇ ਕਰਮ ਕਰਨ ਵਾਲਾ ਤੇ ਇਹਨਾਂ ਚੀਜ਼ਾਂ ਤੋਂ ਬੇਨਿਆਜ਼ ਕਿ ਕਿਹੜਾ ਮੂਸੀਕੀ ਜਾਣਦਾ ਤੇ ਕਿਹੜਾ ਨਹੀਂ ਜਾਣਦਾ। ਬੇਸ਼ੱਕ ਬੇਸ਼ੱਕ। ਕਿਹਨੂੰ ਰਾਗ ਆਉਂਦੇ ਨੇ ਤੇ ਕਿਹਨੂੰ ਨਹੀਂ ਆਉਂਦੇ, ਉਹ ਜਿੱਥੇ ਚਾਹੇ ਇੱਜ਼ਤ ਦੇ ਦੇ। ਅੱਛਾ, ਜਿਸ ਦੌਰ 'ਚ ਤੁਸੀਂ ਆਏ ਆਂਦਿਆਂ ਤੁਸੀਂ ਉਦੋਂ ਕੇਸਟਸ ਦਾ ਰਿਵਾਜ ਹੁੰਦਾ ਸੀ ਕਿਉਂਕਿ ਉਸ ਵੇਲੇ ਇੱਕ ਕੁਆਲਿਟੀ ਹੁੰਦੀ ਸੀ ਜੀ। ਇੱਕ ਇਦਾਰਾ ਸੀ ਪਾਕਿਸਤਾਨ ਟੈਲੀਵਿਜ਼ਨ, ਆਹਾ ਇੱਕ ਰੇਡੀਓ ਪਾਕਿਸਤਾਨ ਜੀ ਜੀ। ਇਸ ਤੋਂ ਇਲਾਵਾ ਕੋਈ ਹਵਾਲਾ ਨਹੀਂ ਸੀ ਆਵਾਮ ਤੱਕ ਪਹੁੰਚਣ ਦਾ। ਰੇਡੀਓ ਪਾਕਿਸਤਾਨ ਤੇ ਪਾਕਿਸਤਾਨ ਟੈਲੀਵਿਜ਼ਨ ਨਾਲ ਮੈਨੂੰ ਬਣਨ ਨਹੀਂ ਸਨ ਦਿੰਦੇ ਕਿਉਂਕਿ ਮੈਨੂੰ ਗਾਇਕੀ ਨਹੀਂ ਸੀ ਆਉਂਦੀ। ਤੁਸੀਂ ਦਰਵਾਜ਼ੇ ਤੋਂ ਐਂਟਰ ਹੁੰਦੇ ਸੀ ਤੇ ਅੱਗੇ ਇੱਕ ਅਸਾਤੀਆ ਦਾ ਬਾਕਾਇਦਾ ਬੋਰਡ ਹੁੰਦਾ ਸੀ ਜਿਹੜਾ ਤੁਹਾਡੀ ਆਵਾਜ਼, ਤੁਹਾਡੀ ਸ਼ਕਲ ਸੂਰਤ, ਕਿ ਤੁਹਾਨੂੰ ਕੈਮਰਾ ਕਬੂਲ ਕਰਦਾ ਹੈ, ਮਾਈਕ ਕਬੂਲ ਕਰਦਾ ਹੈ, ਤੁਹਾਨੂੰ ਅਲਿਫ ਬੇ ਆਂਦੀ ਹੈ ਮੌਸੀਕੀ ਦੀ ਜਾਂ ਡਰਾਮੇ ਦੀ ਜਾਂ ਨਸਰ ਦੀ ਜਾਂ ਸ਼ਾਇਰੀ ਦੀ, ਅਗਰ ਆਂਦੀ ਹੈ ਤੇ ਫਿਰ ਤੁਸੀਂ ਕਾਬਿਲ ਕਬੂਲ ਹੋ, ਵਰਨਾ ਨਹੀਂ। ਤੇ ਮੇਰੀ ਤੇ ਇਹਨਾਂ ਚੋਂ ਕੋਈ ਵੀ ਹੁਨਰ ਨਹੀਂ ਸੀ, ਨਾ ਗਾਇਕੀ ਦਾ, ਨਾ ਸ਼ਾਇਰੀ ਦਾ, ਨਾ ਨਸਰ ਦਾ, ਨਾ ਕਿਸੇ ਹੋਰ ਦਾ, ਤੇ ਲਿਹਾਜ਼ਾ ਉਹ ਮੈਨੂੰ ਅੰਦਰ ਨਹੀਂ ਸਨ ਵੜਨ। ਮੇਰੇ ਦਾਖਲੇ ਤੇ ਸਖਤ ਪਾਬੰਦੀ ਪੀਟੀਵੀ ਤੇ ਵੀ ਔਰ ਰੇਡੀਓ ਪਾਕਿਸਤਾਨ ਤੇ ਵੀ। ਫਿਰ ਮੈਂ ਤੇ ਇਹਸਾਨ ਮੰਨਦਾ ਜਾਪਾਨ ਦੀ ਟੈਕਨੋਲੋਜੀ ਦਾ, ਉਸ ਵੇਲੇ ਕੇਸਟ ਆਮ ਹੋਇਆ। ਉਸ ਵੇਲੇ ਲੋਕਾਂ ਨੂੰ ਬੜਾ ਸ਼ੌਕ ਸੀ ਦੁਬਈ ਜਾਣ, ਬਿਲਕੁਲ ਨਵਾਂ ਸ਼ੌਕ ਸੀ ਦੁਬਈ। ਚਲੋ ਫਿਲਮ ਵੀ ਬਣੀ ਸੀ ਇਸ ਮੌਜੂ ਤੇ ਲੋਕੀ ਜਦੋਂ ਇੱਕ ਸਾਲ ਤੋਂ ਬਾਅਦ ਛੁੱਟੀ ਆਉਂਦੇ ਸਨ ਤੇ ਟੇਪ ਰਿਕਾਰਡਰ ਦਾ ਤੋਹਫਾ ਲੈ ਕੇ ਆਉਂਦੇ ਸਨ ਆਪਣੇ ਅਹਿਬਾਬ ਵਾਸਤੇ। ਤੇ ਅਸੀਂ ਲੁਕ ਛੁਪ ਕੇ ਗਾਉਂਦੇ ਸੀ ਕੋਨੇ ਖੁਦਰਿਆਂ ਦੇ ਵਿੱਚ, ਤੇ ਕੋਈ ਨਾ ਕੋਈ ਦੋਸਤ ਆਪਣੇ ਨਾਲ ਟੇਪ ਰਿਕਾਰਡਰ ਚੁੱਕ ਲਿਆਂਦਾ ਸੀ, ਉਸ ਨੂੰ ਰਿਕਾਰਡ ਕਰ ਲੈਂਦਾ। ਫਿਰ ਉਸ ਤਰ੍ਹਾਂ ਉਹਨੇ ਕਾਪੀ ਕੀਤਾ, ਅਗਲੇ ਦੋਸਤ ਨੂੰ ਦਿੱਤਾ, ਅਗਲੇ ਨੇ ਅਗਲੇ ਨੂੰ, ਇਸ ਤਰ੍ਹਾਂ ਅਸੀਂ ਸਿੰਗਰ ਬਣ ਗਏ। ਉਹ घसा पिटा नॉन प्रोफेशनल रिगार्डिंग नॉन प्रोफेशनल गायकी जो मुंह चाहे गा देता, विच सरायकी भी, उर्दू भी, पंजाबी भी, सिंधी भी, पश्तो भी, सारा कुछ मिला मिलू के कैसेट बना। कैसेट की मैं गा रहा, मैंने नहीं पता कोई कैसेट रिकॉर्ड कर भी लिया। तो कदी तबला उत्ते चढ़ जाता सी, कदी वाजा उत्ते चढ़ जाता सी, कदी पता नहीं सी लगता भाई साहब और क्या की रहे। बहरहाल एक खूबसूरत और प्रोफेशनल बंदे दे हत्थे लग गया कैसेट फैसलाबाद 77। उन्हें सोचा भी इस बंदे को अगर रिकॉर्ड प्रॉपर किया जाए तो शायद विक जाए। उन्होंने मैंने बुलाया, अल्लाह उन्होंने बड़ी रहमत करे, चौधरी रहमत अली ग्रामोफोन वाले रहमत ग्रामोफोन फैसलाबाद। उन्होंने मैंने बुलाया 77 अक्टूबर गालिबन। उन्होंने मैंने रिकॉर्ड किया 4 एल्बम, उन्होंने मेरे इकट्ठे 4 कैसेट रिकॉर्ड किए। 3 सरायकी पंजाबी उर्दू, सरायकी पंजाबी ਤੇ ਇੱਕ ਜਿਹੜਾ ਸੀ ਉਹ ਉਰਦੂ ਦਾ। ਉਰਦੂ ਵੀ ਇਹੋ ਜਿਹੀ ਸੀ, ਮੈਂ ਜਿਹੜੀ ਮੇਰਾ ਸਾਡੇ ਮੀਆਂ ਅਲੀ ਵਾਲਿਆਂ ਦਾ ਤਰੀਕਾਕਾਰ ਹੈ, ਨਾ ਸਾਨੂੰ ਪ੍ਰੋਪਰ ਅੰਗਰੇਜ਼ੀ ਆਉਂਦੀ, ਨਾ ਪ੍ਰੋਪਰ ਉਰਦੂ ਆਉਂਦੇ ਮੀਆਂ ਅਲੀ ਵਾਲਿਆਂ ਨੂੰ।
ਫਿਰ ਅੰਗਰੇਜ਼ਾਂ ਤੇ ਰਾਜ ਵੀ ਕਰਦੇ ਹੋ। ਇਹ ਵੇਖੋ ਰੱਬ, ਇਹ ਰੱਬ ਦੇ ਕਰਮ ਨੇ। ਇਹ ਸਾਰੇ ਉਹਦੀ ਕਰਮ ਨਾਲ। ਤੇ ਉਹ ਲੋ ਜਿਹਨੇ ਤੁਹਾਡੀ ਰਿਕਾਰਡਿੰਗ ਕਰ ਲਈ ਤਾਂ ਮਤਲਬ ਰਿਕਾਰਡਿੰਗ ਕਰ ਲਈ, ਉਹਨਾਂ ਤਿੰਨੋਂ ਚਾਰੇ ਕੈਸੇਟ ਇਕੱਠੇ ਰਿਲੀਜ਼ ਕਰ ਦਿੱਤੇ। ਅੱਛਾ, ਫਿਰ ਅੱਲਾ ਦਾ ਕਰਨਾ ਕੀ, ਅੱਲਾ ਲਈ ਹੋਗੇ ਬਸ। ਉਹਦੇ ਚ ਪਹਿਲਾ ਗਾਣਾ ਕਿਹੜਾ ਕਲਿੱਕ ਹੋਇਆ ਜਿਹੜਾ ਲੋਕਾਂ ਦੀ ਜਿਹੜਾ ਜ਼ੁਬਾਨ? ਇੰਟਰਨੈਸ਼ਨਲ ਲੈਵਲ ਤੇ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਸਰਾਇਕੀ ਇੰਨੀ ਜ਼ਿਆਦਾ ਨਹੀਂ ਸੀ ਸਮਝੀ ਜਾਂਦੀ ਉਸ ਵੇਲੇ, ਬਲਕਿ ਕਈ ਲੋग तो ये कहते सन कि सराइकी को अलग जुबान ही नहीं है, पंजाबी की एक ब्रांच है, लेकिन सराइकी अलग जुबान है माशाल्लाह। और एक उर्दू का कैसेट उन्होंने दे विच है सी, जिहदे विच सराइकी भी मिक्स सी, जोड़े सन, माईए सन, इस तरह दे उस शेर की मुताबिकत दे नाल दोड़ा कह के फिर माईया कह के फिर अंतरा किया, इस तरह का वो कैसेट बनया सी। वो इंटरनेशनल लेवल ते जिन्हें मैनू गुलकार मनवाया या बना देता। उसी दर जिंदगी का जनाजा उठेगा, दिल लगाया था दिल लगी के लिए, बेशक बेशक वो ऐसी जिन्हें सानू स्टार बना दिता। अच्छा, फिर वो ही टीवी जरा अंदर नहीं सी वड़न देंदे, फिर उन्होंने किस तरह बुलाया? फिर पता नहीं क्यों उन्होंने बुलाया, फिर नहीं फिर फिर अवाम ने पजीराई दी थी तो फिर उन्होंने बुला लिया। और पीटीवी ते उस दौर दे विच ते बड़े डाडे डायरेक्टर होंदे सन और बड़े 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 नाम होंदे सन, है ना? बड़े बड़े, और वो कम भी करते सन और कम करवाना भी जानते सन। मैं तो एहसान मंद हाँ पीटीवी का, रेडियो पाकिस्तान का, कि उन्होंने मैंने जरा पॉलिश किया कि थोड़ा बहुत गायकी का शऊर मैंने दिता है, तो उन्होंने इदारा नहीं दिता है। क्योंकि उस वेले मेरी खुशकिस्मत थी कि मैं नुसरत फतेह अली खान साहब के कदम च बहन का इत्तेफाक होया, क्योंकि उन्होंने फैसलाबाद तो स्टार्ट किया, बिल्कुल सही, मैं भी फैसलाबाद तो स्टार्ट किया। और असी तकरीबन इक्को टाइम च वो चूंकि कवाली के शोबे सन, तो बाद इस सोलो परफॉर्मेंस के शोबे च आए, तो मैं अपनी सरायकी के शोबे थी, फोक के शोबे थी, पंजाबी दे। इन्हां नाल बैण दा फिर मादाम नूर जहान नाल बैण दा, नाल गान दा भी, मेहदी हसन खान साहब दे कदम च बैठण दा, मसूद राणा, मुनीर हुसैन साहब, शौकत अली भाई, उन्होंने कदम च बैठण दा वक्त मिलिया। तो यार जाहिर है बंदा किसी सियाने नाल बैठे तो कुछ ना कुछ सीखता ही है। बेशक सियाना भी कोई चंगा होवे। नहीं, मेरी खुशकिस्मती कि मैंने सारे सियाने चंगे मिले। बेशक साडे कुछ सियाने ऐसे ने साडे ही बेड़े करे कीते ने उन्हां दे नाल बैठ के। अच्छा, ਜਦੋਂ ਤੁਸੀਂ ਪਹਿਲੀ ਵਾਰੀ ਟੂਰ ਕਰਨਗੇ ਬਾਹਰ, ਉਦੋਂ ਤੁਹਾਡੇ ਨਾਲ ਵੱਡੇ ਵੱਡੇ ਨਾਮ ਵੀ ਸਨ, ਉਦੋਂ ਸੁਣਿਆ ਕਿ ਉਹਨਾਂ ਨੇ ਕਿ ਇਹਨੇ ਕੀ ਗਾਣਾ ਹੈ, ਬਲਕਿ ਇਹਨੂੰ ਤੇ ਐਂਡ ਤੇ ਗਵਾਣਾ, ਕਿ ਇਹਦਾ ਨਾਂ ਕੀ ਹੈ। ਉਦੋਂ ਜਿਹਦਾ ਰਿਵਾਜ ਸੀ ਕਿ ਸਕੂਨ ਨਾਲ ਗਾਣ ਵਾਲੇ और समझाने मैं थोड़ा जिन्हें इस वजह तो ਤੁਹਾਡੇ ਨਾਲ ਗੱਲਬਾਤ ਕਰ ਰਹੀ ਕਿਉਂਕਿ ਲੋਕੀ ਤੁਹਾਨੂੰ ਪੁੱਛਦੇ ਨੇ ਖਾਂਦੇ ਕੀ ਹੋ ਪੀਂਦੇ ਕੀ ਹੋ, ਥੋੜਾ ਜਿਹਾ ਲੋਕਾਂ ਨੂੰ ਪਤਾ ਤੇ ਲੱਗੇ ਕਿ ਤੁਸੀਂ ਕਿੰਨੀ ਮੁਸ਼ਕਲਾਤ ਦੇ ਨਾਲ ਇੱਥੇ ਤੱਕ ਪਹੁੰਚੇ। ਮੇਰੇ ਬਾਰੇ ਮੈਂ ਇੱਕ छोटी जी गल करा, क्योंकि मेरे वो असातिज़ा ने, मेरे तो सीनियर ने और वो साहिब फन लोग ने, मैं बुराई नहीं कराना किसी दी, कुछ जानदा नहीं, वाकई नहीं जानदा। वो जो कुछ कहंदे ने ठीक कहंदे ने। वो ये कहंदे सन कि